सतनाम श्री वाहिगुरु साहिब जी। वाहिगुरु साहिब जी। आप नारायण कलातार जग में परभ्यो। निरंकार आकार जोत जग मंडल करेओ। आप नारायण कलातार जग में परभ्यो। निरंकार आकार जोत जग मंडल करेओ। जह कहत है परपूरा शब्द दीपक दीपायो। जी सिख है संग एओ तत हर चरण मिलायो। नानक कुल निमर अवतरियो। अंगद लैने संग गुर अमरदास तारन तरन। जन्म जन्म पासरना। परम सत्कारयोग सतगुरां दी साजी नीमबाजी। गुरु प्यारी गुरु सवारी गुरु दा खास रूप सत्संग जियो। आप सरबत सिख संगत नूं सिख धर्म दे तीसरे गुरु धन धन सतगुरु अमरदास महाराज साहब जी दे प्रकाश दिहाड़े दी बहुत बहुत बधाई होवे। सारी सिख संगत नूं बहुत बहुत मुबारक। आओ रल मिल के अज तीसरे पातशाह धन धन सतगुरु अमरदास महाराज साहब जी दे जीवन बारे रल मिल के कुछ विचार साझी करिए जिन्ना का अपने कोल समा। सतगुरां दी पवित्र बाणी का ही फरमान है कि आप नारायण कलाधार जग मह परवरियो। निरंकार आकार जोत जग मंडल करियो। सतगुरां दी पवित्र बाणी का प्रमाण है कि गुरु अमरदास महाराज साहिब आप ही नारायण रूप है। आप नारायण कलाधार जग मह परवरियो। गुरु अमरदास आप ही नारायण रूप है जो अपनी सत्ता रच के जगत दे विच प्रवृत्त हुए हैं। निरंकार आकार जोत जग मंडल करियो। निरंकार वाहिगुरु जी ने गुरु अमरदास जी का आकार रूप हो के रूप धार के जगत विच जोत प्रगटाई है। उस परमेश्वर ने अपना रूप धार के जह कहता है भरपूर शब्द दीपायो दीपक दीपायो।
ਨਿਰੰਕਾਰ ਨੇ ਆਪਣੇ ਸ਼ਬਦ ਨਾਮ ਨੂੰ, ਜੋ ਹਰ ਥਾਂ ਹਾਜ਼ਰ ਨਾਜ਼ਰ ਹੈ, ਗੁਰੂ ਅਮਰਦਾਸ ਰੂਪ ਦੀਵੇ ਦੇ ਰਾਹੀਂ ਪ੍ਰਗਟਾਇਆ ਹੈ। ਜੇ ਸਿੱਖਾ ਸੰਗਰਿਓ ਤਤ ਹਰ ਚਰਨ ਮਿਲਾਇਓ। ਸਤਿਗੁਰੂ ਕਹਿੰਦੇ ਜਿਨ੍ਹਾਂ ਸਿੱਖਾਂ ਨੇ ਇਸ ਸ਼ਬਦ ਨੂੰ ਗ੍ਰਹਿਣ ਕੀਤਾ ਹੈ, ਗੁਰੂ ਅਮਰਦਾਸ ਜੀ ਨੇ ਤੁਰਤ ਉਹਨਾਂ ਨੂੰ ਹਰੀ ਦੇ ਚਰਨਾਂ ਦੇ ਵਿੱਚ ਜੋੜ ਦਿੱਤਾ ਹੈ। ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ। ਲੈਣੇ ਜੀ ਭਾਵ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੂਸਰੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ ਦੇ ਨਾਲ ਮਿਲ ਕੇ ਗੁਰੂ ਅਮਰਦਾਸ ਗੁਰੂ ਨਾਨਕ ਜੀ ਦੀ ਕੁਲ ਦੇ ਵਿੱਚ ਨਿਰਮਲ ਅਵਤਾਰ ਹੋਇਆ। ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ। हे ਗੁਰੂ ਅਮਰਦਾਸ ਜੀ, हे ਸੰਸਾਰ ਦੇ ਤਾਰਨ ਨੂੰ ਜਹਾਜ਼, ਮੈਂ ਹਰੇਕ ਜਨਮ ਦੇ ਵਿੱਚ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਰਹਾ। ਤੇ ਅੱਜ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਸਾਧ ਸੰਗਤ ਜੀ, ਆਓ ਉਹਨਾਂ ਦੇ ਜੀਵਨ ਬਾਰੇ ਕੁਛ ਆਪਾਂ ਵਿਚਾਰਾਂ ਸਾਂਝੀਆਂ ਕਰੀਏ। ਜੋ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਤੀਸਰੇ ਪਾਤਸ਼ਾਹ ਜੀ ਦਾ ਮੁੱਢਲਾ ਜੀਵਨ ਸੀ ਨਾ ਸਾਧ ਸੰਗਤ ਜੀ, ਉਹਦੇ ਬਾਰੇ ਆਪਾਂ ਵਿਚਾਰਾਂ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ 5 ਮਈ 1479 ਈਸਵੀ ਨੂੰ ਵਿਸਾਖ ਸੁਦੀ 14 ਸੰਮਤ 1537 ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਾਸਰ ਕੇ ਨਾਮੀ ਪਿੰਡ ਦੇ ਵਿੱਚ ਹੋਇਆ। ਮਾਤਾ ਲక్ష్ਮੀ ਦੇ ਗ੍ਰਹਿ ਵਿਖੇ ਪਿਤਾ ਤੇਜ ਭਾਨ ਭੱਲਾ ਪਰਿਵਾਰ ਦੇ ਗ੍ਰਹਿ ਵਿਖੇ ਉਹਨਾਂ ਦੇ ਘਰ ਨੂੰ ਭਾਗ ਲਾਏ, ਅਵਤਾਰ ਧਾਰਨ ਕੀਤਾ। ਸਤਿਗੁਰਾਂ ਦੇ ਜੋ ਪਿਤਾ ਸੀ ਜਾਂ ਸਨ ਤੇਜ ਭਾਨ ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। ਛੋਟੇ ਜਿਹੇ ਵਪਾਰੀ ਸੀ ਤੇ 24 ਸਾਲ ਦੀ ਉਮਰ ਦੇ ਵਿੱਚ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਜੀ ਦਾ ਵਿਆਹ ਹੋ ਗਿਆ। 24 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਘਰ 2 ਪੁੱਤਰ ਪੈਦਾ ਹੋਏ, 2 ਧੀਆਂ ਪੈਦਾ ਹੋਈਆਂ। ਉਹਨਾਂ ਦੇ ਘਰ, ਸਤਿਗੁਰਾਂ ਦੇ ਘਰ, ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ, ਬੀਬੀ ਦਾਨੀ ਤੇ ਬੀਬੀ ਭਾਨੀ ਨੇ ਜਨਮ ਲੈਣਾ ਕੀਤਾ। ਇਹ ਬੱਚੇ ਪੈਦਾ ਹੋਏ ਸਤਿਗੁਰਾਂ ਦੇ ਗ੍ਰਹਿ ਵਿਖੇ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਪੱਕੇ ਵੈਸ਼ਨੂ ਮਤ ਦੇ ਅਨੁਯਾਈ ਸਨ। ਸਾਧ ਸੰਗਤ ਜੀ, ਸ਼ਰਧਾਲੂ ਸੇ ਵੈਸ਼ਨੂ ਮਤ ਦੇ ਪਹਿਲੇ ਜੀਵਨ ਦੇ ਵਿੱਚ। ਤੇ ਹਰ ਸਾਲ ਜਥਾ ਲੈ ਕੇ ਗੰਗਾ ਇਸ਼ਨਾਨ ਦੇ ਲਈ ਜਾਇਆ ਕਰਦੇ ਸਨ, ਹਰ ਸਾਲ ਦੀ ਸਾਲ। ਇੱਕ ਦਿਨ ਨਾ ਸਾਧ ਸੰਗਤ ਜੀ ਗੁਰੂ ਅਮਰਦਾਸ ਗੰਗਾ ਯਾਤਰਾ ਕਰਕੇ
ਇਸ਼ਨਾਨ ਕਰਕੇ ਜਥੇ ਦੇ ਨਾਲ ਵਾਪਸ ਆ ਰਹੇ ਸਨ ਤੇ ਉਹਨਾਂ ਦੀ ਮੁਲਾਕਾਤ ਇੱਕ ਰੱਬ ਦੇ ਪਿਆਰੇ ਫਕੀਰ ਸਾਧੂ ਦੇ ਨਾਲ ਹੋਈ। ਤੇ ਅਮਰਦਾਸ ਜੀ ਨੇ ਉਸ ਸਾਧੂ ਫਕੀਰ ਨੂੰ ਭੋਜਨ ਛਕਾਇਆ, ਉਹਦੇ ਪੇਟ ਦੀ ਪੂਰਤੀ ਕੀਤੀ। ਜਦੋਂ ਭੋਜਨ ਛਕਾ ਕੇ ਹਟੇ ਨਾ, ਭੋਜਨ ਛਕਣ ਤੋਂ ਬਾਅਦ ਉਹ ਸਾਧੂ ਫਕੀਰ ਅਮਰਦਾਸ ਜੀ ਨੂੰ ਕਹਿਣ ਲੱਗੇ, ਉਹਨਾਂ ਨੇ ਪੁੱਛਿਆ ਕਿ ਤੁਹਾਡੇ ਗੁਰੂ ਕੌਣ ਹੈ? ਉਹ ਸੰਤ ਫਕੀਰ ਨੇ ਪੁੱਛਿਆ ਵੀ ਤੁਹਾਡੇ ਗੁਰੂ ਕੌਣ ਨੇ? ਤੇ ਅਮਰਦਾਸ ਜੀ ਕਹਿਣ ਲੱਗੇ ਕਿ ਉਹਨਾਂ ਦਾ ਕੋਈ ਗੁਰੂ ਨਹੀਂ। ਉਹ ਸੰਤ ਫਕੀਰ ਕ੍ਰੋਧਿਤ ਹੋ ਗਏ। ਸਾਧ ਸੰਗਤ ਜੀ, ਜਦੋਂ ਕ੍ਰੋਧ ਉੱਠੇ ਤੇ ਉਹ ਕਹਿਣ ਲੱਗੇ ਕਿ ਮੈਥੋਂ ਬਹੁਤ ਵੱਡਾ ਪਾਪ ਹੋ ਗਿਆ, ਮੈਂ ਇੱਕ ਗੁਰੂਹੀਨ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕਰ ਲਿਆ। ਹੁਣ ਮੈਨੂੰ ਇਹ ਪਾਪ ਧੋਣ ਦੇ ਲਈ ਫਿਰ ਗੰਗਾ ਤੇ ਜਾਣਾ ਪਵੇਗਾ ਇਸ਼ਨਾਨ ਕਰਨ ਵਾਸਤੇ। ਜਦੋਂ ਅਮਰਦਾਸ ਮਹਾਰਾਜ ਜੀ ਨੇ ਪਹਿਲੀ ਉਮਰ ਦੇ ਵਿੱਚ ਉਸ ਸੰਤ ਫਕੀਰਾਂ ਤੋਂ, ਰੱਬ ਦੇ ਪਿਆਰਿਆਂ ਤੋਂ ਇਹ ਵਚਨ ਸੁਣੇ ਨਾ, ਤੇ ਉਹਨਾਂ ਦੇ ਬਚਨਾਂ ਦੇ ਤੀਰ ਸਤਿਗੁਰਾਂ ਦੇ ਹਿਰਦੇ ਤੇ ਲੱਗੇ, ਚੁਭੇ, ਦੁੱਖ ਹੋਇਆ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਕਹਿੰਦੇ ਮਨ ਉਸ ਸਮੇਂ ਨਾ ਬੜਾ ਦੁਖੀ ਹੋਇਆ ਤੇ ਉਹਨਾਂ ਨੇ ਉਸੇ ਵੇਲੇ ਕਹਿੰਦੇ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕੀਤੀ, ਬੇਨਤੀ ਕੀਤੀ ਵੀ ਮੈਨੂੰ ਗੁਰੂ ਦੇ ਲੜ ਲਾਇਆ ਜਾਵੇ। ਉਸ ਸਾਧੂ ਫਕੀਰ ਦੇ ਬੋਲ ਕਾਲਜੇ ਨੂੰ ਚੀਰਦੇ ਗਏ। ਸਾਧ ਸੰਗਤ ਜੀ, ਤੇ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਇੱਕ ਦਿਨ ਅਮਰਦਾਸ ਜੀ ਨੇ ਨਾ ਉਸ ਸਮੇਂ ਤੋਂ ਬਾਅਦ ਆਪਣੇ ਭਾਈ ਦੀ ਨੂੰਹ ਸੀ ਤੇ ਭਤੀਜੇ ਦੀ ਘਰ ਵਾਲੀ ਸੀ ਬੀਬੀ ਅਮਰੋ। ਇਹ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਪੁੱਤਰੀ ਸਨ। ਸਾਧ ਸੰਗਤ ਜੀ, ਇੱਕ ਦਿਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਅਮਰੋ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹ ਰਹੇ ਨੇ ਘਰ ਦੇ ਵਿੱਚ। ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੇ ਕੁਝ ਸ਼ਬਦ ਪੜ੍ਹ ਰਹੇ ਨੇ ਤੇ ਬੀਬੀ ਅਮਰੋ ਦੀ ਆਵਾਜ਼ ਸਤਿਗੁਰੂ ਅਮਰਦਾਸ ਮਹਾਰਾਜ ਦੇ ਕੰਨਾਂ ਤੱਕ ਪਹੁੰਚੀ। ਇਹ ਮਿੱਠੇ ਸ਼ਬਦ ਸੁਣ ਕੇ ਨਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪਹਿਲੇ ਜੀਵਨ ਦੇ ਵਿੱਚ ਬੜਾ ਡੂੰਘਾ ਪ੍ਰਭਾਵ ਪਿਆ ਸ਼ਬਦ ਸੁਣ ਕੇ। ਉਹਨਾਂ ਨੇ ਬੀਬੀ ਅਮਰੋ ਜੀ ਨੂੰ ਪੁੱਛਿਆ, ਕਹਿਣ ਲੱਗੇ ਬੇਟਾ ਇਹ ਜੋ ਤੁਸੀਂ ਪੜ੍ਹ ਰਹੇ ਸੀ ਇਹ ਕੀ ਪੜ੍ਹ ਰਹੇ ਸੀ? ਉਹ ਕਹਿਣ ਲੱਗੇ ਜੀ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਗੱਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਵਿਰਾਜਮਾਨ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ
ਉਹ ਕਹਿਣ ਲੱਗੇ, ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਬੀਬੀ ਮੈਨੂੰ ਉਹਨਾਂ ਦੇ ਕੋਲ ਲਿਜਾਣਾ ਕਰ ਜਿਨ੍ਹਾਂ ਦੇ ਇਹ ਵਚਨ ਆਪ ਜੀ ਉਚਾਰ ਰਹੇ ਹੋ। ਆਪਣੇ ਪਿਤਾ ਜੀ ਦੇ ਪਾਸ ਮੈਨੂੰ ਲੈ ਕੇ ਚੱਲੋ। ਬੀਬੀ ਅਮਰੋ ਜੀ ਦੇ ਉਹਨਾਂ ਨੂੰ ਉੱਥੇ ਲਿਜਾਣ 'ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਤੇ ਪੈ ਗਏ। ਸਾਧ ਸੰਗਤ ਜਦੋਂ ਗਏ ਪਹੁੰਚੇ ਉੱਥੇ, ਤੇ ਬਾਅਦ ਵਿੱਚ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਮਹਾਰਾਜ ਦੀ ਉਮਰ ਤਕਰੀਬਨ 62 ਸਾਲ ਸੀ। ਸਾਧ ਸੰਗਤ ਜੀ 62 ਸਾਲ ਦੇ ਸੀ। ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕੀਤਾ, ਤੇ ਅਗਲੇ 11 ਸਾਲਾਂ ਦੇ ਵਿੱਚ ਉਹਨਾਂ ਨੇ ਤਨ ਮਨ ਧਨ ਦੇ ਨਾਲ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਸੇਵਾ ਕੀਤੀ 11 ਸਾਲ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਇਸ ਸੇਵਾ ਦੇ ਦੌਰਾਨ ਹਰ ਰੋਜ਼ ਅੰਮ੍ਰਿਤ ਵੇਲੇ ਬਿਆਸ ਨਦੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਇਸ਼ਨਾਨ ਕਰਨ ਦੇ ਲਈ ਪਾਣੀ ਲਿਆਇਆ ਕਰਦੇ ਸਨ। ਗਾਗਰ ਭਰ ਕੇ ਰੋਜ਼ਾਨਾ ਅੰਮ੍ਰਿਤ ਵੇਲੇ ਗਾਗਰ ਭਰ ਕੇ ਲਿਆਉਣੀ, ਇਸ਼ਨਾਨ ਕਰਾਉਣਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨਿਤ ਦਾ ਨੇਮ ਸੀ। ਸਾਧ ਸੰਗਤ ਜੀ, ਕਈ ਲੋਕ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਨੌਕਰ, ਪਾਗਲ, ਕਹਾਰ ਭਾਵ ਪਾਣੀ ਢੋਣ ਵਾਲਾ ਕਹਿ ਕੇ ਨਾ ਮਖੌਲ ਉਡਾਉਂਦੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਦਾ। ਅਮਰਦਾਸ ਜੀ ਨੇ ਇਹਨਾਂ ਨਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ। ਸਾਧ ਸੰਗਤ ਜੀ, ਬਸ ਨਿਰਵਿਘਨ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗੇ ਰਹੇ। ਕੋਈ ਪਰਵਾਹ ਨਹੀਂ ਕੀਤੀ ਲੋਕਾਂ ਦੀ ਵੀ ਕੀ ਬੋਲਦੇ ਨੇ। ਕੋਈ ਕਿਸੇ ਨੇ ਪਾਗਲ ਕਿਹਾ, ਕਿਸੇ ਨੇ ਕਹਾਰ ਕਿਹਾ, ਕਿਸੇ ਨੇ ਨੌਕਰ ਕਿਹਾ। ਉਹਨਾਂ ਦੇ ਮਨ ਵਿੱਚ ਆਪਣੇ ਗੁਰੂ ਦੇ ਲਈ ਸਤਿਕਾਰ ਸੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਬਸ ਆਪਣੇ ਕਾਰਜ ਦੇ ਵਿੱਚ ਲੱਗੇ ਰਹੇ, ਤੇ ਉਹ ਆਪਣੇ ਘਰ ਦੇ ਵਿੱਚ ਵੀ ਗੁਰੂ ਦੇ ਸਥਾਨ ਦੇ ਵੱਲ ਪਿੱਠ ਕਰਕੇ ਨਹੀਂ ਬੈਠਦੇ ਸੀ, ਕਦੇ ਵੀ ਗੁਰੂ ਦੇ ਵੱਲ ਮੂੰਹ ਕਰਦੇ ਸੀ। ਇੱਕ ਰਾਤ ਕੀ ਹੋਇਆ ਸਾਧ ਸੰਗਤ ਜੀ, ਸਰਦੀ ਦੀ ਰੁੱਤ ਸੀ, ਤੇ ਸਰਦੀ ਦੀ ਰੁੱਤ ਦੇ ਵਿੱਚ ਜ਼ੋਰ ਦਾ ਮੀਂਹ ਪੈ ਰਿਹਾ। ਉਧਰ ਅੰਮ੍ਰਿਤ ਵੇਲਾ ਹੋਇਆ, ਤੇ ਸਤਿਗੁਰਾਂ ਨੇ ਆਪਣੇ ਨਿਤਨੇਮ ਦੇ ਨਾਲ ਰੋਜ਼ਾਨਾ ਦੇ ਕਾਰਜ ਨੂੰ ਨਿਭਾਉਣਾ ਸੀ। ਸਰਦੀ ਦੀ ਪਰਵਾਹ ਨਾ ਕਰਦਿਆਂ ਹੋਇਆ ਔਰ ਵਰਖਾ ਦੀ ਪਰਵਾਹ ਨਾ ਕਰਦਿਆਂ ਹੋਇਆ ਪਾਣੀ ਲੈਣ ਚਲੇ ਗਏ ਬਿਆਸਾ ਨਦੀ ਤੋਂ। ਜਦੋਂ ਪਾਣੀ ਲੈ ਕੇ ਵਾਪਸ ਆਏ ਨਾ, ਤਾਂ ਉਸ ਰਾਤ ਦੇ ਵਿੱਚ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿਲੇ ਦੇ ਨਾਲ ਠੋਕਰ ਲੱਗਣ ਕਰਕੇ ਅਮਰਦਾਸ ਮਹਾਰਾਜ ਜੀ ਡਿੱਗ ਪਏ। ਕਹਿੰਦੇ ਡਿੱਗਣ ਦਾ ਖੜਾਕ ਹੋਇਆ, ਤੇ ਉਸ ਜੁਲਾਹੇ ਦੇ ਘਰੋਂ ਅੰਦਰ ਆਵਾਜ਼ ਆਈ ਵੀ ਕੌਣ। ਜੁਲਾਹੇ ਨੇ ਜਿਹੜਾ ਘਰ ਦਾ ਮਾਲਕ ਸੀ ਉਹਨੇ ਕਿਹਾ ਵੀ ਕੌਣ ਹੈ। ਉਹਦੇ ਘਰ ਵਾਲੀ ਬੋਲੀ, ਕਹਿਣ ਲੱਗੀ ਜੀ ਪੈ ਜਾਓ, ਇੱਥੇ ਤਾਂ ਅੱਧੀ ਰਾਤ ਨੂੰ ਅਮਰੂ ਨਿਥਾਵਾ ਫਿਰਦਾ ਹੋਵੇਗਾ। ਇਹ ਤਾਂ ਅਮਰੂ ਨਿਥਾਵਾ ਹੋਵੇਗਾ ਜਿਸ ਨੂੰ ਦਿਨੇ ਚੈਨ ਨਾ ਰਾਤੀ ਆਰਾਮ ਹੈ, ਨਾ ਰਾਤ ਨੂੰ ਆਰਾਮ ਕਰਦਾ। ਇਹ ਨਿਥਾਵਾ ਅਮਰੂ ਹੋਵੇਗਾ। ਉੱਤਰ ਮਿਲਿਆ। ਤੇ ਇਹ ਕਿੱਸਾ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਸੁਣਨਾ ਕੀਤਾ। ਇਹ ਸਾਰਾ ਗੱਲ ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਪਾਸ ਪਹੁੰਚੀ, ਤੇ ਉਸੇ ਵੇਲੇ
सतगुरु अमरदास महाराज ने ये बचन सुन के भी कहा सी कि कमलिए हुण मैं निथावा नहीं, हुण मैं गुरु वाला बनया होया हाँ। तो इन्नी कहने की जरूरत सी, कहते उस वेले उहदी घर वाली पागल हो गई सी। तो जदों सतगुरु अंगद देव महाराज जी नूं ये सारा वरतारे का पता लग्या तो सतगुरु अंगद देव महाराज जी ने भी कहा सी कि अमरू अज तो निथावियां दी थां, नी आसरां दा आसरा, नी घरियां दा घर, नी पत्तियां दी पत्त, नी आसरां दे आसरे, नी ओटां दी ओट, इन्हां 12 नामां दे नाल सतगुरु अंगद देव महाराज जी ने निवाजना किया सतगुरु अमरदास महाराज साहिब जी नूं। गुरु अंगद देव महाराज अमरदास जी की सरदा सेवा भावना हलीमी ते उन्हां दी निमरता तो इन्ने प्रभावित सन साध संगी ते अगले गुरु की चोण करने वास्ते अपना मन बना लिया। सतगुरु अंगद देव महाराज जी ने सतगुरु अमरदास महाराज ने अपना उत्तराधिकारी होने का ऐलान कर दिता। मार्च 1552 ईस्वी दे विच गुरु अमरदास महाराज जी के गुरगद्दी उत्ते बैठण की जो सधारण रस्म सी वो की गई साध संगत जी। ते सतगुरु अमरदास महाराज साहिब जी ने गुरता गद्दी ते विराजमान हो के बहुत सारे कार्य किए साध संगत जी। गुरता गद्दी ते बैठण समय भी सतगुरु अमरदास महाराज साहिब जी नूं बहुत मुश्किलों का सामना करना पिया। मुश्किलों नूं चीरदे हुए सतगुरु अमरदास महाराज जी ने सिख मत के संगठन नूं विकास के लिए अनेकां कार्य किए। सतगुरु अंगद अमरदास महाराज साहिब जी ने सब तो वड्डा कार्य किया गोइंदवाल साहिब विखे बाउली साहिब का निर्माण करवाया। लंगर संस्था का विस्तार किया। सिक्खी के प्रचार लिए 22 मंजियां प्रचारक संगठन करने शब्दों के संग्रह ते समाजिक सुधार भी किए। सतगुरु अमरदास महाराज ने गुरता गद्दी ते विराजमान होने समय उन्हां समयां दे विच जातिवाद बहुत जोरां ते सी, सती प्रथा बहुत जोरां ते सी ते परदे की रस्म सी। उस समय उन्हां समयां दे विच इस्त्री नूं अपने मूँह दिखाउण दा अधिकार नहीं सी, परदे विच रहण दा अधिकार सी। उन्हां समयां दे विच सती प्रथा सी। सतगुरु अमरदास महाराज जी ने इहदा विरोध किया। सती प्रथा की सी साध संगत जी, जेकर किसी भैन का घर वाला चढ़ती उम्र दे विच चढ़ाई कर जाता ना ते धक्के दे नाल उस भैन नूं उस धी नूं उहदे पति दे नाल जिउंदियां साड़ दिता जाता सी। ये सती प्रथा सी। ते जिहड़ी भैन इनकार करदी भी मैं अपने पति दे नाल नहीं सड़ना चाहुंदी उहनूं बदरूप बना दिता जाता सी साध संगत जी। ਉਹਦੇ सिर के केस कट के ਉਹਦੇ चेहरे ते कालस मल के ਉਹਨੂੰ घूमन फिरन दिता जाता सी तां कि ਇਹਦੇ ਵੱਲ कोई तके ना। आ सती प्रथा सी। सतगुरु अमरदास महाराज जी ने इसका विरोध किया उस समय भी हर एक नूं जिउण दा अधिकार है। जे कोई इस्त्री अपने पति दे नाल सती नहीं होना चाहुंदी, नहीं सड़ना चाहुंदी, वो जिउना चाहुंदी है, जिउ सकती है। ये बंदस ला लाई, कोई बंदस नहीं होनी चाहिए। सिख धर्म दे विच उस समय ये सतगुरु ने कार्य किया। फिर पर्दे की जो रस्म सी भी इस्त्री अपना मूँह नहीं दिखा सकती सी, पर्दे विच रहना सी। ये सारी पर्दे की प्रथा की मनाई सी ते सतगुरां ने इन्हां दा भी विरोध किया। नशा की निखेधी की,
मौत ब्याह जन्म संबंधी किए हुए रीतां दे विच सुधार किया, संगत ते पंगत दी विस्तार किया सतगुਰਾਂ ने। भी ਜਿਹੜੇ सतगुਰਾਂ ਦੇ दर्शन करन आऊगी संगत, सब तो पहला वो पंगत विच बैठ के लंगर सके, फिर दर्शन होया करनगे। पंगत ते संग दी प्रथा सतगुਰਾਂ ने प्रचलित की। कहते सम्राट अकबर नूं भी पहला दर्शन करन तो पहला पंगत विच बैठ के लंगर सकना सी। इत्थे ऊच नीच जाति भाव दा मिटाउणा कीता सतगुਰਾਂ ने, भी सारे एक पंगत विच बैठ के, चाहे कोई गरीब है, चाहे अमीर है, चाहे राजा, चाहे कोई भिखारी है, वो सारे एक समान ने इस दर दे उत्ते। कहण दा भाव सी साध संगत जी। ते सतगुरु अमरदास महाराज साहब जी ने अपने पवित्र मुखारबिंद तो बाणी उचारण की। सतगुरु अमरदास महाराज जी ने सिख धर्म के संगठन के विकास के अपने 22 सालों के समय के गुरु काल के बहुत सारे महत्वपूर्ण कार्य किए। गुरु अमरदास की बाणी साहिब श्री गुरु ग्रंथ साहिब के विच बहुत सारी बाणी दर्ज है। सतगुरु अमरदास महाराज जी की बाणी के शब्द 907 शब्द साहिब श्री गुरु ग्रंथ साहिब के विच दर्ज है। जो साहिब श्री गुरु ग्रंथ साहिब के विच 31 रागां दे विच बाणी है, उन्हां दे विचों 31 रागां दे विचों 27 रागां दे विच सतगुरु अमरदास महाराज साहिब जी की बाणी है। 17 रागां दे विच ते सतगुरु अमरदास महाराज जी ने 1 सितंबर 1574 ਨੂੰ गुरु रामदास महाराज जी ਨੂੰ गुरगद्दी ते विराजमान करके बाद विच आप ज्योति जोत समा गए साध संगत जी। ते अज आपां सतगुरु अमरदास महाराज जी का जो अवतार दिहाड़ा है वो मना रहे हैं। देश विदेश